ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਆਉਣ ਵਾਲੀ ਨਵੀਂ ਇਮੀਗ੍ਰੈਂਟਸ ਨੂੰ ਫਾਇਦਾ, ਇਮੀਗ੍ਰੈਂਟਸ ਦੇ ਬੱਚਿਆਂ ਵਾਸਤੇ ਹੋਇਆ ਐਲਾਨ। ਗਰਮੀ ਨੇ ਤੋੜੇ ਰਿਕਾਰਡ, ਬ੍ਰਿਟਿਸ਼ ਕੋਲੰਬੀਆ ਤੋਂ ਆਈ ਜਾਣਕਾਰੀ। ਕੈਨੇਡਾ ਦੇ ਕਾਰੋਬਾਰੀ ਹੋਏ ਪਰੇਸ਼ਾਨ, ਕਾਰੋਬਾਰ ਛੱਡਣ ਦਾ ਕਰ ਰਹੇ ਵਿਚਾਰ। ਹੈਲਥ ਸਿਸਟਮ ਵਿੱਚ ਆਵੇਗਾ ਸੁਧਾਰ, ਓਨਟਾਰੀਓ ਸਰਕਾਰ ਨੇ ਕੀਤਾ ਐਲਾਨ। ਕੈਨੇਡਾ ਵਿੱਚ ਜਿਹੜੇ ਇਮੀਗ੍ਰੈਂਟਸ ਨਵੇਂ ਜਾਣਗੇ ਉਹਨਾਂ ਦੀ ਬਿਹਤਰੀ ਵਾਸਤੇ ਖਾਸ ਐਲਾਨ ਕੀਤਾ ਗਿਆ। ਇਹਨਾਂ ਇਮੀਗ੍ਰੈਂਟਸ ਨੂੰ ਫਾਇਦਾ ਹੋਣ ਵਾਲਾ ਹੈ। ਖਬਰ ਮੈਨੀਟੋਬਾ ਸੂਬੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਗਿਆ ਕਿ ਜਿਹੜੇ ਨਵੇਂ ਇਮੀਗ੍ਰੈਂਟਸ ਆਉਣਗੇ ਉਹਨਾਂ ਦੇ ਬੱਚਿਆਂ ਵਾਸਤੇ ਖਾਸ ਸਹੂਲਤ ਦਿੱਤੀ ਜਾਵੇਗੀ। ਕਿਹੜੀ ਸਹੂਲਤ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਨਵੇਂ ਇਮੀਗ੍ਰੈਂਟਸ ਵਾਸਤੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸੂਬੇ ਵੱਲੋਂ ਨਵੇਂ ਇਮੀਗ੍ਰੈਂਟਸ ਨੂੰ ਸਹੂਲਤ ਦਿੱਤੀ ਜਾਵੇਗੀ। ਦਰਅਸਲ ਮੈਨੀਟੋਬਾ ਵੱਲੋਂ ਨਵੇਂ ਇਮੀਗ੍ਰੈਂਟਸ ਵਾਸਤੇ ਪੂਰੀ ਤਰ੍ਹਾਂ ਸਬਸਿਡੀ ਪ੍ਰਾਪਤ 68 ਚਾਈਲਡ ਕੇਅਰ ਥਾਵਾਂ ਪੈਦਾ ਕੀਤੀਆਂ ਜਾਣਗੀਆਂ। ਸੂਬੇ ਵੱਲੋਂ ਇਸ ਵਾਸਤੇ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਮੈਨੀਟੋਬਾ ਤੋਂ ਆਈ ਜਾਣਕਾਰੀ ਮੁਤਾਬਕ ਸੂਬੇ ਵੱਲੋਂ 1 ਮਿਲੀਅਨ ਤੋਂ ਵੱਧ ਫੰਡਿੰਗ ਇਸ ਵਾਸਤੇ ਵਰਤੀ ਜਾਵੇਗੀ। ਜੀ ਹਾਂ, ਮੈਨੀਟੋਬਾ ਸਰਕਾਰ ਦੁਆਰਾ ਨਵੇਂ ਇਮੀਗ੍ਰੈਂਟਸ ਪਰਿਵਾਰਾਂ ਵਾਸਤੇ 60 ਤੋਂ ਵੱਧ ਮੁਫਤ ਚਾਈਲਡ ਕੇਅਰ ਥਾਵਾਂ ਪੈਦਾ ਕਰਨ ਵਾਸਤੇ $1 ਮਿਲੀਅਨ ਤੋਂ ਵੱਧ ਦਾ ਖਰਚ ਕੀਤਾ ਜਾਵੇਗਾ। ਅਰਲੀ ਚਾਈਲਡਹੁੱਡ ਲਰਨਿੰਗ ਮਿਨਿਸਟਰ ਵੱਲੋਂ ਇੱਕ ਨਿਊਜ਼ ਕਾਨਫਰੰਸ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਗਈ। ਕਾਨਫਰੰਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਫੰਡਿੰਗ ਮੈਨੀਟੋਬਾ ਚੈਂਬਰ ਆਫ ਕਾਮਰਸ ਨਾਲ ਇੱਕ ਪਾਰਟਨਰਸ਼ਿਪ ਹੈ, ਜਿਸ ਨੇ ਇਸ ਸਮਰ ਸੀਜ਼ਨ ਦੀ ਸ਼ੁਰੂਆਤ ਵਿੱਚ ਮੈਨੀਟੋਬਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਨੂੰ ਰੁਜ਼ਗਾਰਦਾਤਾਵਾਂ ਨਾਲ ਜੋੜਨ ਲਈ ਇੱਕ ਆਨਲਾਈਨ ਨਿਊ ਕਮਰ ਇੰਪਲੋਇਮੈਂਟ ਹੱਬ ਸ਼ੁਰੂ ਕੀਤਾ ਸੀ। ਮਿਨਿਸਟਰ ਦਾ ਕਹਿਣਾ ਹੈ ਕਿ ਇਹ ਪਹਿਲ ਕਦਮੀ ਨਵੇਂ ਆਏ ਇਮੀਗ੍ਰੈਂਟਸ ਨੂੰ ਆਪਣੇ ਬੱਚਿਆਂ ਵਾਸਤੇ ਵਧੇਰੇ ਆਸਾਨੀ ਨਾਲ ਡੇ ਕੇਅਰ ਲੱਭਣ ਵਿੱਚ ਮਦਦ ਕਰੇਗੀ, ਜਿਸ ਨਾਲ ਉਹ ਸਾਰਥਕ ਰੁਜ਼ਗਾਰ ਲੱਭ ਸਕਣਗੇ, ਮੈਨੀਟੋਬਾ ਦੀ ਲੇਬਰ ਮਾਰਕੀਟ ਵਿੱਚ ਦਾਖਲ ਹੋ ਸਕਣਗੇ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਅਪ੍ਰੈਲ 2023 ਤੱਕ $1 ਮਿਲੀਅਨ ਦੀ ਸਾਰੀ ਰਕਮ ਇਹਨਾਂ ਨਵੇਂ ਆਉਣ ਵਾਲੇ ਪਰਿਵਾਰਾਂ ਵਾਸਤੇ 68 ਪੂਰੀ ਤਰ੍ਹਾਂ ਸਬਸਿਡੀ ਹਾਸਲ ਲਾਇਸੈਂਸਸ਼ੁਦਾ ਚਾਈਲਡ ਕੇਅਰ ਥਾਵਾਂ ਉਪਲਬਧ ਕਰਨ ਵਿੱਚ ਮਦਦ ਕਰੇਗੀ। ਦੱਸ ਦਈਏ ਕਿ ਨਵੀਆਂ ਚਾਈਲਡ ਕੇਅਰ ਥਾਵਾਂ ਉਹਨਾਂ ਨਵੇਂ ਇਮੀਗ੍ਰੈਂਟਸ ਵਾਸਤੇ ਹੋਣਗੀਆਂ ਜਿਹੜੇ ਨਿਊ ਕਮਰ ਇੰਪਲੋਇਮੈਂਟ ਹੱਬ ਪ੍ਰੋਗਰਾਮ ਦਾ ਹਿੱਸਾ ਬਣਨਗੇ। ਇਸ ਤੋਂ ਇਲਾਵਾ ਦੱਸਿਆ ਗਿਆ ਹੈ ਕਿ ਇਸ ਵਿੱਚ ਮੈਨੀਟੋਬਾ ਅੰਦਰ ਸਥਾਈ ਜਾਂ ਫਿਰ ਅਸਥਾਈ ਆਧਾਰ ਤੇ ਰਹਿ ਰਹੇ ਯੂਕਰੇਨੀ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਹੱਬ ਪ੍ਰੋਗਰਾਮ ਵਾਸਤੇ ਅਪਲਾਈ ਕੀਤਾ ਹੋਇਆ ਹੈ। ਫਿਲਹਾਲ ਨਵੇਂ ਚਾਈਲਡ ਕੇਅਰ ਸਪੋਰਟਸ ਸਿਰਫ ਵਿਨੀਪੈਗ ਵਿੱਚ ਹਨ। ਪਾਇਲਟ ਪ੍ਰੋਜੈਕਟ ਕਿਵੇਂ ਚੱਲਦਾ ਹੈ, ਇਸ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਕੈਨੇਡਾ ਦੇ ਕੁਝ ਹਿੱਸਿਆਂ ਨੂੰ ਇਸ ਵਾਰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਿਆ। ਕੁਝ ਅਜਿਹੀ ਸਥਿਤੀ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੀ ਬਣੀ ਹੋਈ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੌਸਮ ਦੇ ਜਿਹੜੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਨੇ ਉਹ ਟੁੱਟਦੇ ਹੋਏ ਦਿਖਾਈ ਦਿੱਤੇ। ਅਲੱਗ-ਅਲੱਗ ਹਿੱਸਿਆਂ ਦੇ ਬਾਰੇ ਜਾਣਕਾਰੀ ਇਨਵਾਇਰਨਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਹਫ਼ਤੇ ਵੀ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕਾਫੀ ਗਰਮੀ ਪੈਣ ਵਾਲੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਬੇਹੱਦ ਗਰਮੀ ਪਈ ਹੈ। ਇਸ ਭਿਆਨਕ ਗਰਮੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਨੇ। ਤਾਜ਼ਾ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਹੀਟ ਵੇਵ ਦੇ ਬਾਰੇ ਸਾਹਮਣੇ ਆਈ ਹੈ, ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਤਮਾਮ ਹਿੱਸਿਆਂ ਦੇ ਬਾਰੇ ਮੌਸਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸੇ ਇਸ ਸਮੇਂ ਹੀਟ ਵੇਵ ਦਾ ਸਾਹਮਣਾ ਕਰ ਰਹੇ ਨੇ। ਖਾਸ ਤੌਰ ਦੇ ਉੱਪਰ ਗਰਮੀ ਦਾ ਇਹ ਅਸਰ ਸਦਰਨ ਬ੍ਰਿਟਿਸ਼ ਕੋਲੰਬੀਆ ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟੇ ਨੇ। ਇਸ ਤੋਂ ਇਲਾਵਾ ਇਨਵਾਇਰਨਮੈਂਟ ਕੈਨੇਡਾ ਵੱਲੋਂ ਵੀ ਇਸ ਹਫ਼ਤੇ ਵਾਸਤੇ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਇੱਕ ਵਾਰ ਫਿਰ ਤੋਂ ਕੁਝ ਹਿੱਸਿਆਂ ਵਿੱਚ ਕਾਫੀ ਗਰਮੀ ਪੈਣ ਵਾਲੀ ਹੈ। ਗਰਮੀ ਦੇ ਇਹਨਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਨਵਾਇਰਨਮੈਂਟ ਕੈਨੇਡਾ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਤੇ ਉਹਨਾਂ ਨੇ ਲੋਕਾਂ ਨੂੰ ਖਾਸ ਸਲਾਹ ਦਿੱਤੀ ਹੈ ਕਿ ਉਹ ਆਪਣਾ ਖਿਆਲ ਰੱਖਣ ਤੇ ਆਪਣੇ ਆਸ-ਪਾਸ ਦਾ ਵੀ ਖਿਆਲ ਰੱਖਣ। ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਹੈ ਕਿ ਕਿਹੜੀ ਥਾਵਾਂ ਦੇ ਉੱਪਰ ਕਿੰਨਾ ਤਾਪਮਾਨ ਦਰਜ ਕੀਤਾ ਜਾਵੇਗਾ ਤੇ ਇਸ ਦਾ ਪਹਿਲਾ ਕਿਹੜਾ ਰਿਕਾਰਡ ਸੀ ਜਿਹੜਾ ਹੁਣ ਟੁੱਟ ਗਿਆ ਹੈ। ਕਾਮਕਸ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਨਵਾਂ ਰਿਕਾਰਡ 31.6 ਡਿਗਰੀ ਸੈਲਸੀਅਸ ਦਾ ਬਣਿਆ। ਪਿਛਲਾ ਰਿਕਾਰਡ 1977 ਦਾ ਦੱਸਿਆ ਗਿਆ, ਜਿਸ ਵੇਲੇ ਤਾਪਮਾਨ 30.4 ਡਿਗਰੀ ਸੈਲਸੀਅਸ ਸੀ। ਕਟਨੀ ਵਿੱਚ ਨਵਾਂ ਤਾਪਮਾਨ ਦਾ ਰਿਕਾਰਡ 31.6 ਡਿਗਰੀ ਸੈਲਸੀਅਸ ਦਾ ਹੈ, ਜੋ ਕਿ ਪਿਛਲਾ ਰਿਕਾਰਡ 1977 ਦਾ 30.4 ਡਿਗਰੀ ਸੈਲਸੀਅਸ ਦੱਸਿਆ ਗਿਆ। ਗਿਬਸਨਸ ਦੇ ਵਿੱਚ ਨਵਾਂ ਰਿਕਾਰਡ 31.1 ਡਿਗਰੀ ਸੈਲਸੀਅਸ ਤੇ ਪਿਛਲਾ ਰਿਕਾਰਡ 2012 ਦੇ ਵਿੱਚ 30.9 ਡਿਗਰੀ ਸੈਲਸੀਅਸ ਦੱਸਿਆ ਗਿਆ। ਪੈਮਬਰਟਨ ਦੇ ਵਿੱਚ ਮੌਸਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਥੇ ਗਰਮੀ ਦਾ ਨਵਾਂ ਰਿਕਾਰਡ 37.0 ਡਿਗਰੀ ਸੈਲਸੀਅਸ ਦਾ ਹੈ, ਜੋ ਕਿ ਪਿਛਲਾ 1977 ਦੇ ਵਿੱਚ 36.1 ਡਿਗਰੀ ਸੈਲਸੀਅਸ ਦਾ ਦੱਸਿਆ ਗਿਆ ਸੀ।
ਇਸ ਤੋਂ ਇਲਾਵਾ ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਸ ਹਫ਼ਤੇ ਕੁਝ ਥਾਵਾਂ ਦੇ ਉੱਪਰ ਗਰਮੀ ਬਰਕਰਾਰ ਰਹਿਣ ਵਾਲੀ ਹੈ। ਜ਼ਿਆਦਾਤਰ ਗਰਮੀ ਦੁਪਹਿਰ ਸਮੇਂ ਦੇਖਣ ਨੂੰ ਮਿਲੇਗੀ ਤੇ ਇਸ ਮੌਕੇ ਹੀ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਗਈ ਹੈ। ਹੈਲਥ ਆਫੀਸ਼ੀਅਲਸ ਦਾ ਇਸ ਬਾਰੇ ਕਹਿਣਾ ਹੈ ਕਿ ਇਸ ਦਾ ਲੋਕਾਂ ਦੇ ਉੱਪਰ ਭਾਵ ਕਿ ਵੱਧ ਗਰਮੀ ਦਾ ਆਮ ਲੋਕਾਂ ਦੇ ਉੱਪਰ ਅਸਰ ਪੈ ਸਕਦਾ ਹੈ। ਖਾਸ ਤੌਰ ਦੇ ਉੱਪਰ ਜਿਹੜੇ ਬੱਚੇ ਨੇ, ਗਰਭਵਤੀ ਔਰਤਾਂ ਹਨ ਜਾਂ ਫਿਰ ਬਜ਼ੁਰਗ, ਉਹ ਆਪਣਾ ਖਿਆਲ ਰੱਖਣ। ਕੈਨੇਡਾ ਦੇ ਕਾਰੋਬਾਰੀ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ। ਬਹੁਤ ਸਾਰੇ ਛੋਟੇ ਕਾਰੋਬਾਰੀ ਤਾਂ ਕਹਿੰਦੇ ਨੇ ਕਿ ਉਹ ਵਿਚਾਰ ਬਣਾ ਰਹੇ ਹਨ ਕਿ ਉਹ ਆਪਣਾ ਕੰਮ ਹੀ ਛੱਡ ਦੇ। ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਕੋਰੋਨਾ ਪੈਂਡੇਮਿਕ ਦਾ ਅਸਰ ਕਾਰੋਬਾਰੀਆਂ ਉੱਪਰ ਪਿਆ ਤੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਵਾਸਤੇ ਵੀ ਕੁਝ ਖਾਸ ਕਦਮ ਚੁੱਕੇ ਜਾਣ। ਕੈਨੇਡਾ ਵਿੱਚ ਕਾਰੋਬਾਰੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਕਾਰੋਬਾਰੀ ਲੌਬੀ ਗਰੁੱਪ ਮੁਤਾਬਕ ਕੈਨੇਡਾ ਵਿੱਚ ਇਸ ਸਮੇਂ ਵਪਾਰਕ ਦਿਵਾਲੀਆਪਨ ਵੱਧ ਰਿਹਾ ਹੈ। 6 ਵਿੱਚੋਂ ਇੱਕ ਛੋਟੇ ਕਾਰੋਬਾਰੀ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਉਹ ਆਪਣਾ ਕਾਰੋਬਾਰ ਛੱਡ ਦੇਣ। ਇਸ ਸੰਬੰਧੀ ਉਹਨਾਂ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ। ਜੀ ਹਾਂ, ਕਮਰਸ਼ੀਅਲ ਬੈਂਕਰਪਸੀ ਨੂੰ ਧਿਆਨ ਵਿੱਚ ਰੱਖਦਿਆਂ ਹੀ ਛੋਟੇ ਕਾਰੋਬਾਰੀਆਂ ਵੱਲੋਂ ਹੁਣ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਕਮਰਸ਼ੀਅਲ ਬੈਂਕਰਪਸੀ ਵਿੱਚ ਜੋ ਵਾਧਾ ਹੋ ਰਿਹਾ ਹੈ ਅਤੇ ਵਧੇਰੇ ਛੋਟੇ ਕਾਰੋਬਾਰ ਬੰਦ ਹੋਣ ਦੀ ਕਗਾਰ ਦੇ ਉੱਪਰ ਪਹੁੰਚ ਗਏ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਤਾਜ਼ਾ ਅੰਕੜੇ ਵੀ ਪੇਸ਼ ਕੀਤੇ ਗਏ ਜੋ ਕਿ ਦੱਸਦੇ ਨੇ ਕਿ ਮਈ 2021 ਤੋਂ ਛੋਟੇ ਕਾਰੋਬਾਰੀ ਦਿਵਾਲੀਆਪਨ ਵੱਲ ਵਧ ਰਹੇ ਨੇ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦਾ ਕਹਿਣਾ ਹੈ ਕਿ ਉਸਦੇ ਆਪਣੇ ਸਰਵੇਖਣ ਅਨੁਸਾਰ ਕੈਨੇਡਾ ਦੇ ਸਿਰਫ 10% ਛੋਟੇ ਕਾਰੋਬਾਰ ਮਾਲਕ ਹੀ ਦਿਵਾਲੀਆਪਨ ਦਰਜ ਕਰਨਗੇ ਜੇਕਰ ਉਹਨਾਂ ਦੇ ਕਾਰੋਬਾਰ ਠੱਪ ਹੁੰਦੇ ਹਨ। ਫੈਡਰੇਸ਼ਨ ਮੁਤਾਬਕ 46% ਕਾਰੋਬਾਰ ਮਾਲਕਾਂ ਦਾ ਕਹਿਣਾ ਹੈ ਕਿ ਉਹ ਬੈਂਕਰਪਸੀ ਦੇ ਪ੍ਰੋਸੈਸ ਵਿੱਚੋਂ ਲੰਘਣ ਦੀ ਬਜਾਏ ਬਸ ਕੰਮ ਕਰਨਾ ਬੰਦ ਕਰ ਦੇਣਗੇ। CFIB ਨੇ ਇਹ ਵੀ ਕਹਿ ਦਿੱਤਾ ਕਿ 6 ਚੋਂ ਇੱਕ ਛੋਟੇ ਕਾਰੋਬਾਰ ਮਾਲਕਾਂ ਦਾ ਕਹਿਣਾ ਹੈ ਕਿ ਉਹ ਮੌਜੂਦਾ ਦੌਰ ਵਿੱਚ ਇਹ ਵਿਚਾਰ ਕਰ ਰਹੇ ਨੇ ਕਿ ਉਹ ਆਪਣਾ ਕਾਰੋਬਾਰ ਛੱਡ ਦੇਣ। ਲੌਬੀ ਗਰੁੱਪ ਚਾਹੁੰਦਾ ਹੈ ਕਿ ਸਰਕਾਰ ਅਗਲੇ ਕੁਝ ਮਹੀਨਿਆਂ ਵਿੱਚ ਕੈਨੇਡਾ ਦੇ ਛੋਟੇ ਕਾਰੋਬਾਰੀ ਸੈਕਟਰ ਦੀ ਮਦਦ ਕਰਨ ਅਤੇ ਪੈਂਡੇਮਿਕ ਨਾਲ ਸੰਬੰਧਿਤ ਕਰਜ਼ੇ ਅਤੇ ਸਪਲਾਈ ਚੇਨ ਦੇ ਮੁੱਦਿਆਂ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਵਾਸਤੇ ਉਹਨਾਂ ਦੀ ਮਦਦ ਕਰਨ। ਇਸ ਸੰਬੰਧੀ ਹੁਣ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਹੈਲਥ ਸਿਸਟਮ ਵਿੱਚ ਸੁਧਾਰ ਲਿਆਉਣ ਦੀ ਓਨਟਾਰੀਓ ਸਰਕਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਓਨਟਾਰੀਓ ਸਰਕਾਰ ਵੱਲੋਂ ਇਸ ਬਾਰੇ ਖਾਸ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦੱਸਿਆ ਕਿ ਹੈਲਥ ਸਿਸਟਮ ਵਿੱਚ ਸੁਧਾਰ ਉਹਨਾਂ ਵੱਲੋਂ ਕਿਵੇਂ ਲਿਆਂਦਾ ਜਾਵੇਗਾ। ਓਨਟਾਰੀਓ ਸਰਕਾਰ ਵੱਲੋਂ ਇੱਕ ਖਾਸ ਯੋਜਨਾ ਦਾ ਐਲਾਨ ਕੀਤਾ ਗਿਆ। ਇਹ ਯੋਜਨਾ ਹੈਲਥ ਕੇਅਰ ਸਿਸਟਮ ਵਿੱਚ ਸੁਧਾਰ ਲਿਆਉਣ ਵਾਸਤੇ ਲਿਆਂਦੀ ਗਈ ਹੈ। ਇਸ ਬਾਰੇ ਓਨਟਾਰੀਓ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੀਮੀਅਰ ਡਗਫੋਰਡ ਦਾ ਕਹਿਣਾ ਹੈ ਕਿ ਸਰਕਾਰ ਹਰ ਆਪਸ਼ਨ ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਪ੍ਰਾਈਵੇਟ ਸੈਕਟਰ ਦੀ ਸ਼ਮੂਲੀਅਤ ਦਾ ਵੀ ਆਪਸ਼ਨ ਦਿੱਤਾ ਜਾ ਰਿਹਾ ਹੈ। ਜੀ ਹਾਂ, ਹੈਲਥ ਕੇਅਰ ਸਿਸਟਮ ਨੂੰ ਸਥਿਰ ਕਰਨ ਵਾਸਤੇ ਓਨਟਾਰੀਓ ਸਰਕਾਰ ਵੱਲੋਂ ਨਵੀਂ ਯੋਜਨਾ ਐਲਾਨੀ ਗਈ, ਕਿਉਂਕਿ ਇਸ ਸਮੇਂ ਪੂਰੇ ਸੂਬੇ ਦੇ ਹਸਪਤਾਲ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਨੇ। ਹੈਲਥ ਮਿਨਿਸਟਰ ਵੱਲੋਂ ਕਿਹਾ ਗਿਆ ਕਿ ਸੂਬੇ ਦਾ ਟਾਰਗੇਟ ਮਰੀਜ਼ਾਂ ਨੂੰ ਸਭ ਤੋਂ ਬਿਹਤਰ ਦੇਖਭਾਲ ਦੇਣਾ ਹੈ। ਪਿਛਲੇ ਹਫ਼ਤੇ ਜੌਨਸ ਅਤੇ ਪ੍ਰੀਮੀਅਰ ਡਗਫੋਰਡ ਨੇ ਕਿਹਾ ਸੀ ਕਿ ਸੂਬਾ ਸਰਕਾਰ ਹੈਲਥ ਕੇਅਰ ਸਿਸਟਮ ਨੂੰ ਬਿਹਤਰ ਬਣਾਉਣ ਵਾਲੇ ਸਾਰੇ ਆਪਸ਼ਨਸ ਤੇ ਵਿਚਾਰ ਕਰ ਰਹੀ ਹੈ ਅਤੇ ਉਹਨਾਂ ਨੇ ਪ੍ਰਾਈਵੇਟ ਸੈਕਟਰ ਦੀ ਸ਼ਮੂਲੀਅਤ ਤੋਂ ਵੀ ਇਨਕਾਰ ਨਹੀਂ ਕੀਤਾ। ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਓਨਟਾਰੀਓ ਵਾਸੀਆਂ ਨੂੰ ਕਿਸੇ ਵੀ ਚੀਜ਼ ਵਾਸਤੇ ਭੁਗਤਾਨ ਨਹੀਂ ਕਰਨਾ ਪਵੇਗਾ, ਪਰ ਓਨਟਾਰੀਓ ਵਿੱਚ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਨਰਸਾਂ ਦੀ ਭਾਰੀ ਘਾਟ ਕਾਰਨ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਕਈ ਘੰਟੇ ਜਾਂ ਫਿਰ ਦਿਨਾਂ ਵਾਸਤੇ ਇਹ ਬੰਦ ਵੀ ਹੋ ਗਏ ਨੇ। ਜੌਨਸ ਵੱਲੋਂ ਕਿਹਾ ਗਿਆ ਕਿ ਇਹ ਮੁਸ਼ਕਿਲ ਨਾਲ ਜੂਝ ਰਹੇ ਹੈਲਥ ਕੇਅਰ ਸਿਸਟਮ ਨੂੰ ਹੁਣ ਦੁਬਾਰਾ ਤੋਂ ਲੀਹ ਦੇ ਉੱਪਰ ਲਿਆਉਣ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਉਹਨਾਂ ਕਿਹਾ ਕਿ ਨਵੀਂ ਯੋਜਨਾ ਦਾ ਇੱਕ ਹਿੱਸਾ ਇੱਕ ਪਾਇਲਟ ਪ੍ਰੋਗਰਾਮ ਵਿੱਚ ਵਿਸਤਾਰ ਕਰਨ ਦਾ ਹੈ, ਜਿਸ ਅਧੀਨ ਪੈਰਾਮੈਡਿਕਸ ਨੂੰ ਹਰ ਕਾਲ ਤੇ ਮਰੀਜ਼ਾਂ ਨੂੰ ER ਤੱਕ ਲਿਜਾਣ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਓਨਟਾਰੀਓ ਸਰਕਾਰ ਵੱਲੋਂ ਹੈਲਥ ਕੇਅਰ ਸਿਸਟਮ ਵਿੱਚ ਸੁਧਾਰ ਲਿਆਉਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਇਸੇ ਸੰਬੰਧੀ ਸਰਕਾਰ ਵੱਲੋਂ ਯੋਜਨਾ ਐਲਾਨ ਕੀਤੀ ਗਈ। ਨਿਊਟਨ ਵਿੱਚ ਇੱਕ ਰਾਹਗੀਰ ਨੂੰ ਟੱਕਰ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਸਰੀ RCMP ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਵੱਲੋਂ ਪੀੜਤ ਦੀ ਪਹਿਚਾਣ ਜਦ ਤੱਕ ਨਹੀਂ ਕੀਤੀ ਗਈ। ਉਹਨਾਂ ਵੱਲੋਂ ਹੁਣ ਤੱਕ ਕੀ ਡਿਟੇਲ ਦਿੱਤੀ ਗਈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਾਹਨ ਦੀ ਟੱਕਰ ਰਾਹਗੀਰ ਨੂੰ ਲੱਗੀ ਹੈ। ਇਹ ਘਟਨਾ ਨਿਊਟਨ ਦੇ ਨਾਲ ਜੁੜੀ ਹੋਈ ਦੱਸੀ ਗਈ, ਜਿਸ ਸੰਬੰਧੀ ਸਰੀ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਰੀ RCMP ਦਾ ਕਹਿਣਾ ਹੈ ਕਿ ਇੱਕ ਵਾਹਨ ਦੀ ਟੱਕਰ ਰਾਹਗੀਰ ਨੂੰ ਲੱਗੀ ਹੈ। ਇਸ ਰਾਹਗੀਰ ਦੀ ਪਹਿਚਾਣ ਅਜੇ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ 128 ਸਟਰੀਟ ਦੇ 72 ਐਵੀਨਿਊ ਦੇ ਨੇੜਿਓਂ ਸਾਹਮਣੇ ਆਇਆ, ਜਿੱਥੇ ਇੱਕ ਵਾਹਨ ਦੀ ਰਾਹਗੀਰ ਨੂੰ ਟੱਕਰ ਲੱਗ ਗਈ। ਰਾਹਗੀਰ ਇਸ ਦੌਰਾਨ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। RCMP ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਵਾਹਨ ਦਾ ਡਰਾਈਵਰ
ਮੌਕੇ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ ਤੇ ਉਸ ਵੱਲੋਂ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਉਹਨਾਂ ਵੱਲੋਂ ਟ੍ਰੈਫਿਕ ਕੈਮਰਾ ਫੁਟੇਜ ਵੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੂੰ ਜਲਦ ਤੋਂ ਜਲਦ ਸੁਲਝਾਇਆ ਜਾ ਸਕੇ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ RCMP ਨਾਲ 6045990502 ਦੇ ਉੱਪਰ ਕਾਲ ਕਰਕੇ ਸੰਪਰਕ ਕਰ ਸਕਦਾ ਹੈ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਫਿਲਹਾਲ ਹੁਣ ਤੱਕ ਬਹੁਤੀ ਅਪਡੇਟ ਪੁਲਿਸ ਵੱਲੋਂ ਨਹੀਂ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਡਿਟੇਲ ਦਿੱਤੀ ਜਾਵੇਗੀ। ਸੜਕ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਸੰਬੰਧੀ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਵੱਲੋਂ ਅਜੇ ਇਸ ਬਾਰੇ ਬਹੁਤੀ ਡਿਟੇਲ ਨਹੀਂ ਦਿੱਤੀ ਗਈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਪੀੜਤ ਦੀ ਪਹਿਚਾਣ ਵੀ ਨਹੀਂ ਦੱਸੀ ਗਈ ਹੈ। ontario ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਦਸਾ ਵਾਪਰਿਆ ਹੈ ਤੇ ਹਾਦਸੇ ਵਿੱਚ 28 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਹੁਣ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤੇ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ। ontario ਦੇ ਪੁਲਿਸ ਵਾਚਡੌਗ ਵੱਲੋਂ ਹੁਣ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ 28 ਸਾਲ ਦੇ ਵਿਅਕਤੀ ਦੀ ਵਾਹਨ ਹਾਦਸੇ ਵਿੱਚ ਮੌਤ ਹੋ ਗਈ। ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦਾ ਕਹਿਣਾ ਹੈ ਕਿ ontario ਪੁਲਿਸ ਆਫੀਸਰਸ ਮਾਮਲੇ ਵਾਲੀ ਥਾਂ ਜਾਣੀ ਕਿ ਹਾਈਵੇ 416 ਉੱਪਰ 11 ਵਜੇ ਦੇ ਕਰੀਬ ਪਹੁੰਚੇ। ਇੱਥੇ ਇੱਕ ਵਾਹਨ ਰੁਕਵਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਬਾਅਦ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਵਾਹਨ ਇੱਕ ਪੋਲ ਨਾਲ ਜਾ ਕੇ ਟਕਰਾ ਗਿਆ। ਇਸ ਵਾਹਨ ਦੇ ਡਰਾਈਵਰ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੀੜਤ ਦੀ ਪਹਿਚਾਣ ਉਹਨਾਂ ਵੱਲੋਂ ਨਹੀਂ ਦੱਸੀ ਗਈ। ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਉਹਨਾਂ ਨੂੰ ਮਦਦ ਮਿਲ ਸਕੇ। ਕਿਊਬਿਕ ਸੂਬੇ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਨੇ, ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਬੂਸਟਰ ਡੋਜ਼ ਨੂੰ ਲੈ ਕੇ ਲਗਾਤਾਰ ਕਿਊਬਿਕ ਸਰਕਾਰ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਊਬਿਕ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਦੇ ਹਾਲਾਤ ਸੁਧਰ ਰਹੇ ਨੇ। ਕਿਊਬਿਕ ਤੋਂ ਕੋਰੋਨਾ ਵਾਇਰਸ ਅਤੇ ਬੂਸਟਰ ਡੋਜ਼ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕਿਊਬਿਕ ਵਿੱਚ ਇਸ ਸਮੇਂ ਬੂਸਟਰ ਡੋਜ਼ ਸੰਬੰਧੀ ਸਰਕਾਰ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ, ਇਸ ਬਾਰੇ ਪ੍ਰੀਮੀਅਰ ਜਾਣਕਾਰੀ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਏ ਨੇ, ਜਿਸ ਵਾਸਤੇ ਪ੍ਰੀਮੀਅਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਦੇ ਪਿੱਛੇ ਕੀ ਵੱਡਾ ਕਾਰਨ ਹੈ। ਸੂਬੇ ਵਿੱਚ ਕੋਵਿਡ-19 ਵੈਕਸੀਨੇਸ਼ਨ ਕੈਂਪੇਨ ਸ਼ੁਰੂ ਕੀਤੀ ਗਈ ਹੈ। ਇੱਥੇ ਜੋ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਸ਼ੁਰੂ ਹੋਈ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਬੂਸਟਰ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ, ਜਿਸ ਬਾਰੇ ਕਿਊਬਿਕ ਦੇ ਪ੍ਰੀਮੀਅਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਤੇ ਸੂਬੇ ਵਿੱਚ ਕੀ ਹਾਲਾਤ ਬਣੇ ਹੋਏ ਨੇ, ਇਸ ਨੂੰ ਲੈ ਕੇ ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Today, vaccination campaign. It's quite simple to know when you have to go. If you had your last vaccine 5 months or more ago, you have to get a new one if you want to be protected. And it's important that you get this new vaccine for 3 reasons. First, for yourself. Second, for vulnerable people around you. And thirdly, to help the healthcare workers. It's important. They had a tough 2 years, so they need your help. So please get your new dose. ਜਿਵੇਂ ਕਾਰਡੀਨਲ ਦੇ ਉੱਪਰ ਜਿਹੜੇ ਦੋਸ਼ ਲੱਗੇ ਨੇ, ਇਸ ਦੇ ਉੱਪਰ ਪੌਪ ਵੱਲੋਂ ਬਿਆਨ ਜਾਰੀ ਕੀਤਾ ਗਿਆ। ਪੌਪ ਦਾ ਕਹਿਣਾ ਹੈ ਕਿ ਉਹਨਾਂ ਖਿਲਾਫ ਕਾਰਵਾਈ ਦੇ ਸਬੂਤ ਅਜੇ ਪੂਰੇ ਨਹੀਂ ਹੋਏ, ਵੀ ਜੇਕਰ ਸਬੂਤ ਹੋਣਗੇ ਤਾਂ ਹੀ ਕਾਰਵਾਈ ਕੀਤੀ ਜਾਵੇਗੀ। ਕਿਊਬਿਕ ਕਾਰਡੀਨਲ ਦੇ ਖਿਲਾਫ ਜਿਹੜੇ ਦੋਸ਼ ਲਗਾਏ ਜਾ ਰਹੇ ਨੇ, ਇਸ ਸੰਬੰਧੀ ਪੌਪ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਅਧੀਨ ਕਿਊਬਿਕ ਕਾਰਡੀਨਲ ਖਿਲਾਫ ਜਾਂਚ ਵਾਸਤੇ ਲੋੜੀਂਦਾ ਸਬੂਤ ਨਹੀਂ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਜਿਨਸੀ ਸ਼ੋਸ਼ਣ ਦਾ ਇੱਕ ਮੁਕੱਦਮੇ ਵਿੱਚ ਕਾਰਡੀਨਲ ਮਾਰਕ ਉਲੇਟ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ। ਹੁਣ ਇਸ ਸਭ ਤੋਂ ਬਾਅਦ ਪੌਪ ਫ੍ਰਾਂਸਿਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਕਿਊਬਿਕ ਦੇ ਸਾਬਕਾ ਆਰਕ ਬਿਸ਼ਪ ਕਾਰਡੀਨਲ ਖਿਲਾਫ ਜਿਨਸੀ ਸ਼ੋਸ਼ਣ ਵਾਸਤੇ ਚਰਚ ਦੀ ਜਾਂਚ ਸ਼ੁਰੂ ਕਰਨ ਵਾਸਤੇ ਸਬੂਤ ਅਜੇ ਕਾਫੀ ਨਹੀਂ। ਉਹਨਾਂ ਵੱਲੋਂ ਸਬੂਤਾਂ ਨੂੰ ਘੱਟ ਦੱਸਿਆ ਗਿਆ। ਉਲੇਟ ਜੋ ਕਿ ਵੈਟੀਕਨ ਵਿੱਚ ਕੰਮ ਕਰਦੇ ਹਨ ਅਤੇ ਜਿਨ੍ਹਾਂ ਨੂੰ ਪੌਪ ਦੇ ਸੰਭਾਵੀ ਉੱਤਰਾਧਿਕਾਰੀ ਵਜੋਂ ਦੇਖਿਆ ਜਾਂਦਾ ਹੈ, ਉਹਨਾਂ ਦਾ ਨਾਮ 88 ਪਾਦਰੀਆਂ ਦੇ ਨਾਮਾਂ ਵਿੱਚ ਸ਼ਾਮਲ ਹੋਇਆ ਜੋ ਕਿ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ। ਸਿਵਲ ਮੁਕੱਦਮੇ ਵਿੱਚ 100 ਤੋਂ ਵੱਧ ਪੀੜਤ ਸ਼ਾਮਿਲ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਾਦਰੀਆਂ ਅਤੇ ਡਾਇਸਿਸ ਨੇ ਕੰਮ ਕਰਨ ਵਾਲੇ ਸਟਾਫ ਦੁਆਰਾ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕੀਤਾ ਗਿਆ।
ਜਿਨ੍ਹਾਂ ਵਿੱਚ ਜ਼ਿਆਦਾਤਰ ਪੀੜਤ ਨਾਬਾਲਗ ਦੱਸੇ ਗਏ ਨੇ। ਅਦਾਲਤ ਵਿੱਚ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਗਏ ਉਹਨਾਂ ਮੁਤਾਬਕ ਜ਼ਿਆਦਾਤਰ ਕਥਿਤ ਮਾਮਲੇ 1950 ਅਤੇ 60ਵੇਂ ਦਰਮਿਆਨ ਵਾਪਰੇ ਹੈ। ਹੁਣ ਇਸ ਸਭ ਦੇ ਬਾਰੇ ਪੌਪ ਫ੍ਰਾਂਸਿਸ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਕਰਨ ਸੰਬੰਧੀ ਅਜੇ ਕਾਫੀ ਸਬੂਤ ਨਹੀਂ। ਉਹਨਾਂ ਵੱਲੋਂ ਇਹਨਾਂ ਸਬੂਤਾਂ ਨੂੰ ਘੱਟ ਦੱਸਿਆ ਗਿਆ ਹੈ। ਕੈਨੇਡਾ ਦੀਆਂ ਸੜਕਾਂ ਦੇ ਉੱਪਰ ਇੱਕ ਗੱਡੀ 3 ਟਾਇਰਾਂ ਦੇ ਉੱਪਰ ਚੱਲਦੀ ਹੋਈ ਦਿਖਾਈ ਦਿੱਤੀ। ਇਹ ਜਦੋਂ 3 ਟਾਇਰਾਂ ਦੇ ਉੱਪਰ ਗੱਡੀ ਚੱਲ ਰਹੀ ਸੀ ਤਾਂ ਸੜਕ ਨੂੰ ਕਾਫੀ ਨੁਕਸਾਨ ਪਹੁੰਚਿਆ, ਜਿਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਡਰਾਈਵਰ ਖਿਲਾਫ ਕਾਰਵਾਈ ਕੀਤੀ ਗਈ ਤੇ ਉਸ ਉੱਪਰ ਚਾਰजेस ਵੀ ਲਗਾਏ ਗਏ ਨੇ। ਕੈਨੇਡਾ ਦੀਆਂ ਸੜਕਾਂ ਦੇ ਉੱਪਰ 3 ਟਾਇਰਾਂ ਤੇ ਇੱਕ ਵਾਹਨ ਦੌੜਦਾ ਹੋਇਆ ਦਿਖਾਈ ਦਿੱਤਾ ਤੇ ਇਸ ਨੇ ਰਸਤੇ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜੀ ਹਾਂ, ਖਬਰ ਸਾਹਮਣੇ ਆਈ ਹੈ ਕਿ ਕੈਨੇਡਾ ਦੀਆਂ ਸੜਕਾਂ ਦੇ ਉੱਪਰ ਇੱਕ ਵਾਹਨ 3 ਟਾਇਰ ਦੇ ਉੱਪਰ ਚੱਲ ਰਿਹਾ ਸੀ ਤੇ ਇਸ ਨੇ ਸੜਕ ਨੂੰ 80 ਕਿਲੋਮੀਟਰ ਤੱਕ ਨੁਕਸਾਨ ਪਹੁੰਚਾ ਦਿੱਤਾ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਲੈਂਪਟਨ OPP ਵੱਲੋਂ ਇਸ ਦੀ ਡਿਟੇਲ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪੋਰਟ ਰੋਵਾਨ ਨਾਲ ਸੰਬੰਧਿਤ ਵਿਅਕਤੀ ਵੱਲੋਂ 3 ਟਾਇਰਾਂ ਉੱਪਰ ਵਾਹਨ ਚਲਾਇਆ ਗਿਆ, ਜਿਸ ਕਾਰਨ 80 ਕਿਲੋਮੀਟਰ ਤੱਕ ਰਸਤਾ ਪ੍ਰਭਾਵਿਤ ਹੋਇਆ। ਪੁਲਿਸ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ 20 ਸਾਲਾਂ ਦੇ ਇਸ ਡਰਾਈਵਰ ਉੱਪਰ ਚਾਰजेस ਲਗਾਏ ਨੇ। ਇਸ ਉੱਪਰ ਡਰੰਕ ਡਰਾਈਵਿੰਗ ਅਤੇ ਫੇਲਿੰਗ ਟੂ ਰਿਪੋਰਟ ਡੈਮੇਜ ਟੂ ਪ੍ਰਾਪਰਟੀ ਔਨ ਹਾਈਵੇ ਵਰਗੇ ਚਾਰजेस ਲਗਾਏ ਗਏ ਹਨ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇੱਥੇ 80 ਕਿਲੋਮੀਟਰ ਤੱਕ ਸੜਕ ਨੁਕਸਾਨੀ ਗਈ ਹੈ। ਹੁਣ ਪੁਲਿਸ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ ਅਤੇ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਸ ਡਰਾਈਵਰ ਦੇ ਉੱਪਰ ਚਾਰजेस ਲਗਾਏ ਗਏ ਉਸ ਨੂੰ ਕੋਰਟ ਦੀ ਪੇਸ਼ੀ ਤੋਂ ਪਹਿਲਾਂ ਰਿਲੀਜ਼ ਕਰ ਦਿੱਤਾ ਗਿਆ ਹੈ, ਪਰ ਜਲਦ ਹੀ ਉਸ ਦੀ ਕੋਰਟ ਵਿੱਚ ਪੇਸ਼ੀ ਹੋਣ ਵਾਲੀ ਹੈ। ਝੂਠੇ ਵੈਕਸੀਨ ਸਰਟੀਫਿਕੇਟ ਦਿਖਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਖਬਰ ਕਿਊਬਿਕ ਸੂਬੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਈਆਂ ਵੱਲੋਂ ਝੂਠੇ ਦਸਤਾਵੇਜ਼ ਦਿਖਾਏ ਗਏ। ਵੈਕਸੀਨ ਪਾਸਪੋਰਟ ਜੋ ਝੂਠੇ ਦਿਖਾਏ ਜਾ ਰਹੇ ਸਨ, ਅਜਿਹੇ ਵਿੱਚ ਕਾਰਵਾਈ ਕਰਦਿਆਂ 10 ਟਿਕਟਾਂ ਜਾਰੀ ਕੀਤੀਆਂ ਗਈਆਂ, ਜਿਸ ਬਾਰੇ ਜਾਣਕਾਰੀ ਸੂਬੇ ਵੱਲੋਂ ਦਿੱਤੀ ਗਈ ਹੈ। ਕਿਊਬਿਕ ਤੋਂ ਕੋਰੋਨਾ ਵਾਇਰਸ ਅਤੇ ਬੂਸਟਰ ਡੋਜ਼ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕਿਊਬਿਕ ਵਿੱਚ ਇਸ ਸਮੇਂ ਬੂਸਟਰ ਡੋਜ਼ ਸੰਬੰਧੀ ਸਰਕਾਰ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ, ਇਸ ਬਾਰੇ ਪ੍ਰੀਮੀਅਰ ਜਾਣਕਾਰੀ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਏ ਨੇ, ਜਿਸ ਵਾਸਤੇ ਪ੍ਰੀਮੀਅਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਦੇ ਪਿੱਛੇ ਕੀ ਵੱਡਾ ਕਾਰਨ ਹੈ। ਸੂਬੇ ਵਿੱਚ ਕੋਵਿਡ-19 ਵੈਕਸੀਨੇਸ਼ਨ ਕੈਂਪੇਨ ਸ਼ੁਰੂ ਕੀਤੀ ਗਈ ਹੈ। ਇੱਥੇ ਜੋ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਸ਼ੁਰੂ ਹੋਈ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਬੂਸਟਰ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ, ਜਿਸ ਬਾਰੇ ਕਿਊਬਿਕ ਦੇ ਪ੍ਰੀਮੀਅਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਤੇ ਸੂਬੇ ਵਿੱਚ ਕੀ ਹਾਲਾਤ ਬਣੇ ਹੋਏ ਨੇ, ਇਸ ਨੂੰ ਲੈ ਕੇ ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Today, vaccination campaign. It's quite simple to know when you have to go. If you had your last vaccine 5 months or more ago, you have to get a new one if you want to be protected. And it's important that you get this new vaccine for 3 reasons. First, for yourself. Second, for vulnerable people around you. And thirdly, to help the healthcare workers. It's important. They had a tough 2 years, so they need your help. So please get your new dose. ontario ਸੂਬੇ ਵਿੱਚ ਕੋਰੋਨਾ ਵਾਇਰਸ ਦੀ ਕੀ ਸਥਿਤੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਜਿਹੜੇ ਹਾਲਾਤ ਨੇ ਉਹਨਾਂ ਵਿੱਚ ਸੁਧਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਕੇਸਿਸ ਘੱਟ ਹੋਏ ਨੇ ਤੇ ਹਸਪਤਾਲ ਉੱਪਰ ਵੀ ਬੋਝ ਜਿਹੜਾ ਪਿਆ ਸੀ ਉਹ ਘਟਦਾ ਹੋਇਆ ਦਿਖਾਈ ਦਿੱਤਾ। ontario ਸੂਬੇ ਵਿੱਚ ਕੋਰੋਨਾ ਵਾਇਰਸ ਦੀ ਕੀ ਸਥਿਤੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਬੀਤੇ ਹਫ਼ਤੇ ਵਿੱਚ ontario ਸੂਬੇ ਅੰਦਰ 56 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਗਈਆਂ ਤੇ ਪੋਜ਼ਿਟਿਵਿਟੀ ਰੇਟ ਦੇ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੂਬੇ ਤੋਂ ਆਈ ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਇੱਥੇ 13,869 ਮੌਤਾਂ ਹੁਣ ਤੱਕ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਨੇ। ਹਸਪਤਾਲ ਵਿੱਚ 1,328 ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਸਪਤਾਲ ਵਿੱਚ ਮਰੀਜ਼ਾਂ ਦਾ ਅੰਕੜਾ ਜ਼ਿਆਦਾ ਸੀ। ਇੰਟੈਂਸਿਵ ਕੇਅਰ ਅਧੀਨ 137 ਦੀ ਗਿਣਤੀ ਦੱਸੀ ਗਈ ਹੈ। ਇਸ ਤੋਂ ਇਲਾਵਾ ontario ਸੂਬੇ ਤੋਂ ਹੁਣ ਕੀ ਡਿਟੇਲ ਸਾਂਝੀ ਕੀਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। Preceded the pandemic, and of course it was exacerbated
by the pandemic. And I think it would be wonderful to hear medium and long-term solutions to ameliorate those staffing challenges. And that of course includes strategies for staff retention, but also to hear what's coming through the pipeline. How are you going to train more healthcare staff and also credential staff that are already living in the country that may have trained out of the country that are would be very valuable assets to our healthcare team here in Ontario. So I think we'll hear more about that today, and I look forward to hearing what those plans are. We know that there's a lot of vaccine uptake globally, and of course where the study was conducted, and we know that while the vaccine may not fully protect you against the infection as much as it did earlier on in the pandemic, it certainly does mitigate the severity of symptoms. So we probably saw a lot of symptom mitigation because of high vaccine uptake. And the other thing too is when you compare Omicron to other variants, especially Alpha and Delta variants, which we had, it does pack less of a punch. It still can pack a punch. Of course, there's a massive spectrum of illness ranging from totally asymptomatic to severe life-threatening disease. But compared to Alpha and Delta variant, it does seem to pack less of a punch. And that might be contributing to it as well. But of course, what we saw was when we look at the number of people that were infected in any region, but let's just talk about Ontario, prior to Omicron, we had a growing number of people with time infected with COVID-19. But when Omicron came around in December of 2021, we had this massive wave in the winter of 2021 and early 2022. 4 ਬੱਚੇ ਘਰ ਦੇ ਬਾਹਰ ਖੜੇ ਸਨ ਜਿਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਚਾਰੋਂ ਜਾਣੇ ਟੀਨੇਜਰ ਦੱਸੇ ਗਏ ਨੇ। ਪੁਲਿਸ ਇਸ ਮਾਮਲੇ ਸੰਬੰਧੀ ਕਾਰਵਾਈ ਕਰ ਰਹੀ ਹੈ। ਉਹਨਾਂ ਵੱਲੋਂ ਪਹਿਚਾਣ ਪੀੜਤਾਂ ਦੀ ਜਨਤਕ ਨਹੀਂ ਕੀਤੀ ਗਈ, ਪਰ ਉਮਰ ਬਾਰੇ ਜ਼ਰੂਰ ਦੱਸਿਆ ਗਿਆ। ਸ਼ਿਕਾਗੋ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ, ਜਿੱਥੇ 4 ਟੀਨੇਜਰਸ ਉੱਪਰ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਫਰੰਟ ਪੋਰਚ ਵਿੱਚ ਹੀ ਇਹਨਾਂ 4 ਟੀਨੇਜਰਸ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਬਾਰੇ ਸ਼ਿਕਾਗੋ ਪੁਲਿਸ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵੇਲੇ ਇਹ ਚਾਰੋਂ ਜਾਣੇ ਘਰ ਦੀ ਪੋਰਚ ਦੇ ਸਾਹਮਣੇ ਖੜੇ ਸਨ, ਉਸ ਦੌਰਾਨ ਗੋਲੀਬਾਰੀ ਦਾ ਇਹ ਮਾਮਲਾ ਸਾਹਮਣੇ ਆਇਆ। ਇਸ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਮਾਮਲਾ 6:42 ਦੇ ਕਰੀਬ ਸਾਹਮਣੇ ਆਇਆ, ਜਿੱਥੇ 16 ਸਾਲ ਦੇ ਅਤੇ 15 ਸਾਲ ਦੇ ਟੀਨੇਜਰ ਨੂੰ ਗੋਲੀ ਲੱਗੀ। 16 ਸਾਲ ਦੇ ਟੀਨੇਜਰ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਕਾਮਰ ਚਿਲਡਰਨਸ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 15 ਸਾਲ ਦੇ ਪੀੜਤ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਅਤੇ 15 ਸਾਲ ਦੇ ਟੀਨੇਜਰ ਦੇ ਹੀ ਸੱਜੀ ਬਾਂਹ ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਇਲਾਵਾ ਇੱਕ ਹੋਰ 15 ਸਾਲ ਦੀ ਟੀਨੇਜਰ ਦੇ ਢਿੱਡ ਵਿੱਚ ਗੋਲੀ ਲੱਗੀ ਹੈ। ਇਹਨਾਂ ਤਿੰਨਾਂ ਜਾਣਿਆਂ ਨੂੰ ਲੋਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਹਨਾਂ ਦੀ ਹਾਲਤ ਸਥਿਰ ਹੈ। ਫਿਲਹਾਲ ਸ਼ਿਕਾਗੋ ਪੁਲਿਸ ਵੱਲੋਂ ਇਸ ਘਟਨਾ ਦੇ ਸੰਬੰਧ ਵਿੱਚ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ। ਜਿਹੜੇ ਟੀਨੇਜਰਸ ਇਸ ਦੌਰਾਨ ਪੀੜਤ ਪਾਏ ਗਏ ਨੇ, ਉਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਸਿਰਫ ਤੇ ਸਿਰਫ ਉਮਰ ਬਾਰੇ ਹੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕਰਦਿਆਂ ਜਾਂਚ ਪੜਤਾਲ ਕਰ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਨੂੰ ਫਾਇਦਾ, ਇਮੀਗ੍ਰੈਂਟਸ ਦੇ ਬੱਚਿਆਂ ਵਾਸਤੇ ਹੋਇਆ ਐਲਾਨ। ਗਰਮੀ ਨੇ ਤੋੜੇ ਰਿਕਾਰਡ, ਬ੍ਰਿਟਿਸ਼ ਕੋਲੰਬੀਆ ਤੋਂ ਆਈ ਜਾਣਕਾਰੀ। ਕੈਨੇਡਾ ਦੇ ਕਾਰੋਬਾਰੀ ਹੋਏ ਪਰੇਸ਼ਾਨ, ਕਾਰੋਬਾਰ ਛੱਡਣ ਦਾ ਕਰ ਰਹੇ ਵਿਚਾਰ। ਹੈਲਥ ਸਿਸਟਮ ਵਿੱਚ ਆਵੇਗਾ ਸੁਧਾਰ, ਓਨਟਾਰੀਓ ਸਰਕਾਰ ਨੇ ਕੀਤਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।